प्यारे विद्यार्थियों, इस वीडियो ਵਿੱਚ ਆਪਾਂ 10ਵੀਂ ਜਮਾਤ ਦਾ ਅਧਿਆਇ ਨੰਬਰ 2 ਕਰਨ ਜਾ ਰਹੇ ਹਾਂ, ਜਿਸ ਦਾ ਨਾਮ ਹੈ ਬਹੁਪਦ। ਇੰਗਲਿਸ਼ ਵਿੱਚ ਜਿਸ ਨੂੰ ਆਪਾਂ ਕਹਿੰਦੇ ਹਾਂ ਪੋਲੀਨੋਮੀਅਲਸ। ਤਾਂ ਇਹ ਚੈਪਟਰ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਨੂੰ ਕੁਝ ਪਿਛਲੀਆਂ ਜਮਾਤਾਂ ਦੇ ਜਿਹੜੇ ਆਪਣੇ ਕਨਸੈਪਟਸ ਆ ਉਹ ਕਲੀਅਰ ਹੋਣੇ ਚਾਹੀਦੇ ਆ, ਤਾਂ ਉਹਨਾਂ ਦੀ ਆਪਾਂ ਦੁਹਰਾਈ ਕਰਦੇ ਹਾਂ। ਸਭ ਤੋਂ ਪਹਿਲਾਂ ਹੈ ਆਪਣੇ ਕੋਲ ਅਲਜਬਰਾਈ ਵਿਅੰਜਕ ਕੀ ਹੁੰਦਾ ਹੈ। ਬਹੁਪਦ ਨੂੰ ਸਮਝਣ ਤੋਂ ਪਹਿਲਾਂ ਆਪਾਂ ਨੂੰ ਅਲਜਬਰਾਇਕ ਵਿਅੰਜਕ ਨੂੰ ਸਮਝਣਾ ਪਵੇਗਾ। ਤਾਂ ਆਪਾਂ ਦੇਖਦੇ ਹਾਂ, ਚੱਲ ਅਤੇ ਅਚਲ ਨੂੰ ਜੋੜ ਘਟਾਓ ਗੁਣਾ ਭਾਗ ਵਰਗੀਆਂ ਕਿਰਿਆਵਾਂ ਨਾਲ ਮਿਲਾ ਕੇ ਅਲਜਬਰਾਈ ਵਿਅੰਜਕ ਬਣਦਾ ਹੈ। ਚੱਲ ਅਤੇ ਅਚਲ, ਪਹਿਲਾਂ ਆਪਾਂ ਇਹ ਸਮਝਦੇ ਹਾਂ ਚੱਲ ਅਤੇ ਅਚਲ ਕੀ ਹੁੰਦੇ ਆ। ਚੱਲ ਨੂੰ ਇੰਗਲਿਸ਼ ਵਿੱਚ ਆਪਾਂ ਕਹਿੰਦੇ ਹਾਂ ਵੇਰੀਏਬਲ ਅਤੇ ਅਚਲ ਨੂੰ ਕਹਿੰਦੇ ਆਪਾਂ ਕੌਂਸਟੈਂਟ। ਵੇਰੀਏਬਲ ਤੇ ਕੌਂਸਟੈਂਟ, ਚੱਲ ਤੇ ਅਚਲ। ਚੱਲ ਉਹ ਚੀਜ਼ ਹੈ ਜਿਸ ਦਾ ਮੁੱਲ ਨਿਸ਼ਚਿਤ ਨਹੀਂ ਹੁੰਦਾ, ਇਸ ਦਾ ਮੁੱਲ ਬਦਲਦਾ ਰਹਿੰਦਾ ਹੈ। ਜਿਵੇਂ ਮੈਂ ਤੁਹਾਨੂੰ ਕੋਈ ਸਵਾਲ ਕਰਾਂ ਕਿ 5 ਤੋਂ ਵੱਡੀ ਕੋਈ ਸੰਖਿਆ ਦੱਸੋ, ਤਾਂ 5 ਤੋਂ ਵੱਡੀ ਸੰਖਿਆ ਤੁਸੀਂ 6 ਵੀ ਦੱਸ ਸਕਦੇ ਹੋ, 7 ਵੀ ਕਹਿ ਸਕਦਾ ਕੋਈ, 8 ਵੀ ਕਹਿ ਸਕਦਾ, 9 ਵੀ। ਤਾਂ ਇਸ ਦੇ ਅਲੱਗ-ਅਲੱਗ ਉੱਤਰ ਆ ਰਹੇ ਆ, ਕਾਫੀ ਉੱਤਰ ਆ ਰਹੇ ਆ। ਸੋ ਇਹ ਸਵਾਲ ਜਿਹੜਾ ਹੈ, ਇਹਦਾ ਜਿਹੜਾ ਉੱਤਰ ਹੈ ਉਹ ਚੱਲ ਹੈ। 5 ਤੋਂ ਵੱਡੀ ਕੋਈ ਵੀ ਸੰਖਿਆ ਹੋ ਸਕਦੀ ਹੈ, ਸੋ ਇਹ ਆਪਣੇ ਕੋਲ ਚੱਲ ਹੈ, ਇਸ ਦਾ ਮੁੱਲ ਨਿਸ਼ਚਿਤ ਨਹੀਂ ਹੁੰਦਾ। ਇਸ ਨੂੰ ਆਪਾਂ ਇੰਗਲਿਸ਼ ਅਲਫਾਬੈਟਸ ਨਾਲ ਰਿਪਰੈਜ਼ੈਂਟ ਕਰਦੇ ਹਾਂ, XYZT, ਇਸ ਤਰ੍ਹਾਂ ਆਪਾਂ ਚੱਲ ਨੂੰ ਲਿਖਦੇ ਹਾਂ। ਅਤੇ ਅਚਲ ਦਾ ਮੁੱਲ ਨਿਸ਼ਚਿਤ ਹੁੰਦਾ ਹੈ। ਜਿਵੇਂ ਤੁਹਾਨੂੰ ਮੈਂ ਸਵਾਲ ਕਰਾਂ ਕਿ ਹਫ਼ਤੇ ਵਿੱਚ ਦਿਨਾਂ ਦੀ ਸੰਖਿਆ, ਤਾਂ ਤੁਹਾਡਾ ਜਵਾਬ ਆਏਗਾ ਕਿ 7। ਇੱਕ ਨਿਸ਼ਚਿਤ ਉੱਤਰ ਦੇ ਰਹੇ ਹੋਵੋਗੇ ਨਾ ਤੁਸੀਂ। ਜਾਂ ਮੈਂ ਕਹਾਂ ਕਿ ਸਾਲ ਵਿੱਚ ਮਹੀਨਿਆਂ ਦੀ ਸੰਖਿਆ, ਤਾਂ ਤੁਸੀਂ ਕਹੋਗੇ 12। ਤਾਂ ਜਿਸ ਦਾ ਉੱਤਰ ਨਿਸ਼ਚਿਤ ਹੁੰਦਾ ਹੈ ਉਸ ਨੂੰ ਆਪਾਂ ਅਚਲ ਕਹਿੰਦੇ ਹਾਂ। ਜਿੰਨੇ ਵੀ ਆਪਣੇ ਕੋਲ ਮੈਥ ਵਿੱਚ ਨੰਬਰ ਹਨ ਉਹ ਸਾਰੇ ਅਚਲ ਹੁੰਦੇ ਹਨ। ਜਿਵੇਂ ਆਹ ਦੇਖੋ ਲਿਖਿਆ 2 3 5 8, ਜਿੰਨੇ ਵੀ ਨੰਬਰ ਆ ਉਹ ਸਾਰੇ ਅਚਲ ਹੁੰਦੇ ਹਨ। ਤਾਂ ਹੁਣ ਜਦੋਂ ਆਪਾਂ ਚੱਲ ਅਤੇ ਅਚਲ ਨੂੰ, ਵੇਰੀਏਬਲ ਤੇ ਕੌਂਸਟੈਂਟ ਨੂੰ ਜੋੜ ਘਟਾਓ ਗੁਣਾ ਭਾਗ ਵਰਗੀਆਂ ਕਿਰਿਆਵਾਂ ਨਾਲ ਮਿਲਾ ਦਿੰਦੇ ਹਾਂ, ਤਾਂ ਆਪਣੇ ਕੋਲ ਅਲਜਬਰਾਇਕ ਵਿਅੰਜਕ ਬਣ ਜਾਂਦਾ ਹੈ, ਜਿਸ ਨੂੰ ਇੰਗਲਿਸ਼ ਵਿੱਚ ਆਪਾਂ ਅਲਜਬਰਾਇਕ ਐਕਸਪ੍ਰੈਸ਼ਨ ਕਹਿੰਦੇ ਹਾਂ। ਉਦਾਹਰਨ ਦੇਖਦੇ ਹਾਂ, 2x + 5। ਪਹਿਲਾਂ ਆਪਾਂ ਅਚਲ ਨੂੰ ਚੱਲ 2 ਨੂੰ x ਨਾਲ ਗੁਣਾ ਕੀਤੀ, ਕੋਈ ਨਿਸ਼ਾਨੀ ਤਾਂ ਗੁਣਾ ਤਾਂ ਮੰਨਿਆ ਜਾਂਦਾ। ਅਚਲ ਤੇ ਚੱਲ ਵਿੱਚ ਕੋਈ ਨਿਸ਼ਾਨੀ ਤਾਂ ਗੁਣਾ ਮੰਨਾਂਗੇ। ਸੋ 2 × x + 5। ਚੱਲ ਤੇ ਅਚਲ ਨੂੰ ਜੋੜ ਤੇ ਗੁਣਾ ਵਰਗੀਆਂ ਕਿਰਿਆਵਾਂ ਨਾਲ ਮਿਲਾ ਕੇ ਅਲਜਬਰਾਈ ਵਿਅੰਜਕ ਬਣ ਗਿਆ। ਇਸੇ ਤਰ੍ਹਾਂ ਅਗਲੀ ਉਦਾਹਰਨ, ਵਰਗਮੂਲ x + 6। 3 × x² 2 - 7। 6/x + 5। ਸੋ ਜੋੜ ਘਟਾਓ ਗੁਣਾ ਭਾਗ ਵਰਗੀਆਂ ਕਿਰਿਆਵਾਂ ਨਾਲ ਜਦੋਂ ਆਪਾਂ ਚੱਲ ਤੇ ਅਚਲ ਨੂੰ ਮਿਲਾਉਂਦੇ ਹਾਂ, ਤਾਂ ਆਪਣੇ ਕੋਲ ਅਲਜਬਰਾਈ ਵਿਅੰਜਕ ਬਣ ਜਾਂਦਾ ਹੈ। ਹੁਣ ਅੱਗੇ ਆਪਾਂ ਦੇਖਣਾ ਹੈ ਕਿ ਇਹੀ ਅਲਜਬਰਾਈ ਵਿਅੰਜਕ ਨੂੰ ਬਹੁਪਦ ਅਸੀਂ ਕਦੋਂ ਕਵਾਂਗੇ। ਇਹ ਬਹੁਪਦ ਕਿੰਨਾ ਕੰਡੀਸ਼ਨਸ ਨਾਲ ਬਣਦਾ ਹੈ। ਤਾਂ ਆਪਾਂ ਪੜ੍ਹਦੇ ਹਾਂ, ਜੇ ਅਲਜਬਰਾਈ ਵਿਅੰਜਕ, ਜਿਸ ਨੂੰ ਅਸੀਂ ਬੀਜ ਗਣਿਤਕ ਵਿਅੰਜਕ ਵੀ ਕਹਿ ਦਿੰਦੇ ਹਾਂ, ਜੇ ਅਲਜਬਰਾਈ ਵਿਅੰਜਕ ਵਿੱਚ ਹਰੇਕ ਚੱਲ ਦੀ ਘਾਤ ਪੂਰਨ ਸੰਖਿਆ ਹੈ, ਤਾਂ ਇਸ ਨੂੰ ਬਹੁਪਦ ਕਿਹਾ ਜਾਂਦਾ ਹੈ। ਪੂਰਨ ਸੰਖਿਆ ਕੀ ਹੁੰਦੀ ਹੈ? 0 ਤੋਂ ਸਟਾਰਟ ਹੋਣ ਵਾਲੇ ਜਿਹੜੇ ਨੰਬਰ ਆਪਣੇ ਕੋਲ 0 1 2 3 4 5 6 ਸੋ ਔਨ, ਇਹ ਸਾਰੇ ਆਪਣੇ ਕੋਲ ਪੂਰਨ ਸੰਖਿਆਵਾਂ ਹੁੰਦੀਆਂ ਹਨ, ਇੰਗਲਿਸ਼ ਵਿੱਚ ਜਿਸ ਨੂੰ ਹੋਲ ਨੰਬਰ ਕਹਿੰਦੇ ਹਨ। ਸੋ ਜੇ ਆਪਣੇ ਕੋਲ ਚੱਲ ਦੀ ਘਾਤ ਪੂਰਨ ਸੰਖਿਆ ਹੈ, 0 1 2 3 4 ਇਸ ਤਰ੍ਹਾਂ ਦੀ ਕੋਈ ਹੈ, ਤਾਂ ਆਪਾਂ ਉਸ ਨੂੰ ਫੇਰ ਹੀ ਬਹੁਪਦ ਕਵਾਂਗੇ, ਨਹੀਂ ਤਾਂ ਨਹੀਂ ਕਵਾਂਗੇ। ਇੰਗਲਿਸ਼ ਵਿੱਚ ਪੜ੍ਹਦੇ ਹਾਂ, ਇਫ ਪਾਵਰ ਆਫ ਐਵਰੀ ਵੇਰੀਏਬਲ ਇਨ ਅਲਜਬਰਾਇਕ ਐਕਸਪ੍ਰੈਸ਼ਨ ਇਜ਼ ਹੋਲ ਨੰਬਰ ਦੈਨ ਇਟ ਇਜ਼ ਕਾਲਡ ਪੋਲੀਨੋਮੀਅਲ। ਹਰ ਵੇਰੀਏਬਲ, ਹਰ ਚੱਲ ਦੀ ਆਪਾਂ ਪਾਵਰ ਦੇਖਣੀ ਹੈ, ਘਾਤ ਦੇਖਣੀ ਹੈ। ਹਰ ਚੱਲ ਦੀ ਘਾਤ ਜੇ ਆਪਣੇ ਕੋਲ ਪੂਰਨ ਸੰਖਿਆ ਹੈ, ਹੋਲ ਨੰਬਰ ਹੈ, ਤਾਂ ਹੀ ਇਸ ਨੂੰ ਬਹੁਪਦ ਕਵਾਂਗੇ। ਉਦਾਹਰਨ ਨਾਲ ਗੱਲ ਕਲੀਅਰ ਹੋਊਗੀ। ਜਿਵੇਂ ਪਹਿਲੀ ਉਦਾਹਰਨ ਦੇਖਦੇ ਹਾਂ ਆਪਾਂ, ਇਸ ਵਿੱਚ ਚੱਲ ਦੀ ਘਾਤ 2 ਹੈ, x ਦੀ ਘਾਤ 2 ਹੈ। 2 ਇੱਕ ਪੂਰਨ ਸੰਖਿਆ ਹੈ, ਸੋ ਇਸ ਕਰਕੇ ਇਹ ਟਿਕ ਲੱਗੀ ਆ ਕਿ ਇਹ ਇੱਕ ਬਹੁਪਦ ਹੈ। ਅਗਲਾ ਦੇਖਦੇ ਹਾਂ, 5 ਵਰਗਮੂਲ x। ਵਰਗਮੂਲ x ਦਾ ਮਤਲਬ ਹੁੰਦਾ x ਦੀ ਘਾਤ 1/2। ਤਾਂ x ਦੀ ਘਾਤ, ਚੱਲ ਦੀ ਘਾਤ, ਇੱਥੇ ਵੇਰੀਏਬਲ ਦੀ ਜਿਹੜੀ ਪਾਵਰ ਆ ਉਹ 1/2 ਹੈ। 1/2 ਪੂਰਨ ਸੰਖਿਆ ਨਹੀਂ ਹੈ, ਸੋ ਇਸ ਕਰਕੇ ਇਹ ਬਹੁਪਦ ਨਹੀਂ ਹੈ। ਘਾਤ ਆ ਜਿਹੜੀ ਚੱਲਦੀ ਉਹ ਪੂਰਨ ਸੰਖਿਆ ਹੋਣੀ ਚਾਹੀਦੀ ਹੈ, 0 1 2 3 4 ਇਸ ਤਰ੍ਹਾਂ ਕੋਈ ਹੋਣੀ ਚਾਹੀਦੀ ਹੈ। ਨਾ ਵਟੇ ਵਾਲੀ ਹੋ ਸਕਦੀ ਹੈ, ਨਾ ਮਾਈਨਸ ਵਾਲੀ ਹੋ ਸਕਦੀ ਹੈ। ਅੱਗੇ ਦੇਖਦੇ ਹਾਂ 7/x।
x ਨੂੰ ਪਹਿਲਾਂ ਜਦੋਂ ਆਪਾਂ ਉੱਪਰ ਲਿਜਾਵਾਂਗੇ ਤਾਂ ਉਸ ਦੀ ਘਾਤ -1 ਹੋ ਜਾਵੇਗੀ। ਤਾਂ -1 ਵੀ ਇੱਕ ਪੂਰਨ ਸੰਖਿਆ ਨਹੀਂ ਹੈ, ਸੋ ਇਹ ਵੀ ਇੱਕ ਬਹੁਪਦ ਨਹੀਂ ਹੈ। ਅਗਲਾ ਦੇਖਦੇ ਹਾਂ। ਚੱਲ ਦੀ ਘਾਤ ਇੱਥੇ 3 ਹੈ, ਇੱਥੇ ਚੱਲ ਦੀ ਘਾਤ 2 ਹੈ। ਵੇਰੀਏਬਲ ਦੀ ਪਾਵਰ ਇੱਥੇ 3 ਹੈ, ਇੱਥੇ ਵੀ ਵੇਰੀਏਬਲ ਦੀ ਪਾਵਰ 2 ਹੈ। 3 ਤੇ 2 ਦੋਵੇਂ ਹੀ ਪੂਰਨ ਸੰਖਿਆਵਾਂ ਹਨ, ਹੋਲ ਨੰਬਰ ਹਨ, ਸੋ ਇਹ ਇੱਕ ਬਹੁਪਦ ਹੈ। ਸੋ ਜੇ ਚੱਲ ਦੀ ਘਾਤ, ਹਰੇਕ ਚੱਲ ਦੀ ਘਾਤ, ਹਰੇਕ ਵੇਰੀਏਬਲ ਦੀ ਪਾਵਰ ਪੂਰਨ ਸੰਖਿਆ ਭਾਵ ਹੋਲ ਨੰਬਰ ਹੈ, ਤਾਂ ਹੀ ਆਪਾਂ ਅਲਜਬਰਾਈ ਵਿਅੰਜਕ ਨੂੰ ਬਹੁਪਦ ਕਹਿੰਦੇ ਹਾਂ। ਤਾਂ ਇਹ ਆਪਣੀ ਪਰਿਭਾਸ਼ਾ, ਡੈਫੀਨੇਸ਼ਨ ਤੁਹਾਨੂੰ ਕਲੀਅਰ ਹੋਣੀ ਚਾਹੀਦੀ ਹੈ। ਅੱਗੇ ਆਪਣੇ ਕੋਲ ਬਹੁਪਦ ਦੀ ਘਾਤ। ਕਿਸੇ ਬਹੁਪਦ ਵਿੱਚ ਚੱਲ ਦੀ ਸਭ ਤੋਂ ਵੱਡੀ ਘਾਤ ਨੂੰ ਬਹੁਪਦ ਦੀ ਘਾਤ ਕਹਿੰਦੇ ਹਨ। ਚੱਲ ਦੀ ਸਭ ਤੋਂ ਵੱਡੀ ਘਾਤ। ਹੁਣ ਕਿਸੇ ਬਹੁਪਦ ਵਿੱਚ ਹੋ ਸਕਦਾ ਚੱਲ ਦੀ ਘਾਤ, ਜਿਵੇਂ ਆਪਾਂ ਪਿਛਲਾ ਦੇਖਿਆ, ਚੱਲ ਦੀ ਘਾਤ 2 ਵੀ ਆ ਰਹੀ ਸੀ ਤੇ 3 ਵੀ ਆ ਰਹੀ ਸੀ। ਇੱਥੇ ਚੱਲ ਦੀ ਘਾਤ 2 ਵੀ ਸੀ ਤੇ 3 ਵੀ ਸੀ। ਤਾਂ ਆਪਾਂ ਸਭ ਤੋਂ ਵੱਡੀ ਘਾਤ ਨੂੰ ਦੇਖਣਾ। ਸਭ ਤੋਂ ਵੱਡੀ ਘਾਤ 3 ਆ ਨਾ ਚੱਲਦੀ, ਤਾਂ ਇਸ ਬਹੁਪਦ ਦੀ ਘਾਤ ਆਪਾਂ ਕਵਾਂਗੇ 3। ਇਹ ਸਾਰੇ ਬਹੁਪਦ ਦੀ ਘਾਤ ਦਾ ਉੱਤਰ ਕੀ ਆਏਗਾ? 3। ਇੱਕ ਨੰਬਰ ਵਿੱਚ ਤੁਹਾਨੂੰ ਸਵਾਲ ਆ ਸਕਦਾ ਕਿ ਕਿਸੇ ਵੀ ਬਹੁਪਦ ਦੀ ਘਾਤ ਦੱਸੋ, ਤਾਂ ਚੱਲ ਦੀ ਵੱਡੀ ਤੋਂ ਵੱਡੀ ਘਾਤ ਤੁਸੀਂ ਦੇਖ ਲੈਣੀ ਹੈ, ਸਭ ਤੋਂ ਵੱਡੀ ਘਾਤ, ਉਸੇ ਨੂੰ ਹੀ ਆਪਾਂ ਬਹੁਪਦ ਦੀ ਘਾਤ ਕਹਿੰਦੇ ਹਾਂ। ਸੋ ਇੰਗਲਿਸ਼ ਵਿੱਚ ਆਪਾਂ ਦੇਖਦੇ ਹਾਂ, ਹਾਈਐਸਟ ਪਾਵਰ ਆਫ ਵੇਰੀਏਬਲ ਇਨ ਅ ਪੋਲੀਨੋਮੀਅਲ ਇਜ਼ ਕਾਲਡ ਡਿਗਰੀ ਆਫ ਪੋਲੀਨੋਮੀਅਲ। ਹਾਈਐਸਟ ਪਾਵਰ ਦੇਖਣੀ ਹੈ ਵੇਰੀਏਬਲ ਦੀ, ਉਹੀ ਚੱਲ ਦੀ ਸਭ ਤੋਂ ਵੱਡੀ ਘਾਤ, ਹਾਈਐਸਟ ਪਾਵਰ ਆਫ ਵੇਰੀਏਬਲ, ਉਸੇ ਨੂੰ ਆਪਾਂ ਡਿਗਰੀ ਆਫ ਪੋਲੀਨੋਮੀਅਲ ਕਹਿੰਦੇ ਹਾਂ। ਤਾਂ ਇਹ ਘਾਤ ਕਾਫੀ ਤਰ੍ਹਾਂ ਦੀ ਹੋ ਸਕਦੀ ਹੈ। ਘਾਤ 1 ਵੀ ਹੋ ਸਕਦੀ ਹੈ, 2 ਵੀ ਹੋ ਸਕਦੀ ਹੈ, 3 ਵੀ, 4 ਵੀ। ਤੁਹਾਨੂੰ ਦੱਸਿਆ ਨਾ, ਘਾਤ ਕੋਈ ਵੀ ਪੂਰਨ ਸੰਖਿਆ ਹੋ ਸਕਦੀ ਹੈ, ਸਿਫਰ ਵੀ ਹੋ ਸਕਦੀ ਹੈ। ਤਾਂ ਆਪਣੇ ਕੋਲੇ 3 ਜਿਹੜੀਆਂ ਸਭ ਤੋਂ ਜ਼ਿਆਦਾ ਇੰਪੋਰਟੈਂਟ ਆ, ਆਪਾਂ ਉਹ ਡਿਸਕਸ ਕਰਨ ਲੱਗੇ ਹਾਂ। ਰੇਖੀ ਬਹੁਪਦ, ਲੀਨੀਅਰ ਪੋਲੀਨੋਮੀਅਲ, ਘਾਤ 1 ਵਾਲਾ ਬਹੁਪਦ, ਯਾਨੀ ਕਿ ਪੋਲੀਨੋਮੀਅਲ ਆਫ ਡਿਗਰੀ 1। ਜੇ ਬਹੁਪਦ ਦੀ ਘਾਤ 1 ਹੋਏਗੀ ਤਾਂ ਉਸ ਨੂੰ ਆਪਾਂ ਰੇਖੀ ਬਹੁਪਦ ਕਵਾਂਗੇ। ਬਹੁਤ ਇੰਪੋਰਟੈਂਟ ਕੁਐਸਚਨ ਆ, 1 ਨੰਬਰ 'ਚ ਕੁਐਸਚਨ ਆ ਸਕਦਾ ਕਿ ਘਾਤ 1 ਵਾਲੇ ਬਹੁਪਦ ਨੂੰ ਡੈਸ਼ ਬਹੁਪਦ ਕਿਹਾ ਜਾਂਦਾ ਹੈ, ਜਾਂ ਪੋਲੀਨੋਮੀਅਲ ਆਫ ਡਿਗਰੀ 1 ਇਜ਼ ਕਾਲਡ ਡੈਸ਼ ਪੋਲੀਨੋਮੀਅਲ। ਤਾਂ ਇੰਗਲਿਸ਼ ਮੀਡੀਅਮ ਵਾਲੇ ਕਹਿਣਗੇ ਲੀਨੀਅਰ ਪੋਲੀਨੋਮੀਅਲ, ਪੰਜਾਬੀ ਵਾਲੇ ਰੇਖੀ ਬਹੁਪਦ। ਉਦਾਹਰਨ ਦੇਖੋ, 5x + 4, x ਦੀ ਘਾਤ ਕੋਈ ਨਹੀਂ ਲੱਗੀ ਤਾਂ 1 ਲਗਾ ਲਵਾਂਗੇ, ਘਾਤ 1 ਹੈ, ਰੇਖੀ ਬਹੁਪਦ ਹੈ। ਇੱਥੇ ਵੀ ਕੋਈ ਘਾਤ ਨਹੀਂ, 1 ਲਗਾ ਲਓ, ਰੇਖੀ ਬਹੁਪਦ ਹੈ। ਇੱਥੇ ਵੀ ਚੱਲ y ਦੀ ਘਾਤ ਕੋਈ ਨਹੀਂ ਹੈ, 1 ਲਗਾ ਲਓ, ਤਾਂ ਇਹ ਵੀ ਇੱਕ ਰੇਖੀ ਬਹੁਪਦ ਹੈ। ਫਿਰ ਅੱਗੇ ਆਪਣੇ ਕੋਲ 2 ਘਾਤੀ ਬਹੁਪਦ, ਇੰਗਲਿਸ਼ ਮੀਡੀਅਮ ਵਾਲੇ ਕਹਿਣਗੇ ਕੁਆਡਰੇਟਿਕ ਪੋਲੀਨੋਮੀਅਲ, ਘਾਤ 2 ਵਾਲਾ ਬਹੁਪਦ, ਪੋਲੀਨੋਮੀਅਲ ਆਫ ਡਿਗਰੀ 2। ਤਾਂ ਜਦੋਂ ਚੱਲ ਦੀ ਘਾਤ 2 ਹੋਵੇਗੀ, ਵੱਡੀ ਤੋਂ ਵੱਡੀ ਘਾਤ 2 ਹੋਊਗੀ, ਉਸ ਨੂੰ ਆਪਾਂ 2 ਘਾਤੀ ਬਹੁਪਦ ਜਾਂ ਕੁਆਡਰੇਟਿਕ ਪੋਲੀਨੋਮੀਅਲ ਕਵਾਂਗੇ। ਇੱਥੇ ਅਗਲੀ ਉਦਾਹਰਨ ਵਿੱਚ ਵੀ ਤੁਸੀਂ ਦੇਖ ਸਕਦੇ ਹੋ, x ਦੀ ਘਾਤ 1 ਹੈ, ਇੱਥੇ x ਦੀ 2 ਹੈ। ਆਪਾਂ ਸਭ ਤੋਂ ਵੱਡੀ ਦੇਖਣੀ ਹੈ, ਸਭ ਤੋਂ ਵੱਡੀ 2 ਹੈ, ਇਸ ਕਰਕੇ ਇਹ 2 ਘਾਤੀ ਬਹੁਪਦ ਹੈ। ਇਸੇ ਤਰ੍ਹਾਂ ਅਗਲੀ ਉਦਾਹਰਨ ਵਿੱਚ y ਦੀ ਘਾਤ 1 ਵੀ ਹੈ ਤੇ 2 ਵੀ ਹੈ, ਸਭ ਤੋਂ ਵੱਡੀ 2 ਹੋਣ ਕਰਕੇ ਇਸ ਬਹੁਪਦ ਦੀ ਘਾਤ 2 ਹੈ। ਫਿਰ ਹੈ ਆਪਣੇ ਕੋਲ 3 ਘਾਤੀ ਬਹੁਪਦ, ਕਿਊਬਿਕ ਪੋਲੀਨੋਮੀਅਲ, ਤਾਂ ਘਾਤ 3 ਵਾਲਾ ਬਹੁਪਦ, ਪੋਲੀਨੋਮੀਅਲ ਆਫ ਡਿਗਰੀ 3। ਤਾਂ ਆਪਾਂ ਦੇਖ ਸਕਦੇ ਹਾਂ ਇਸ ਉਦਾਹਰਨ ਵਿੱਚ x ਦੀ ਘਾਤ ਇੱਥੇ 3 ਹੈ, ਇੱਥੇ 2 ਹੈ, ਕਿਉਂਕਿ ਸਭ ਤੋਂ ਵੱਡੀ 3 ਹੈ, ਤਾਂ ਇਸ ਬਹੁਪਦ ਦੀ ਘਾਤ 3 ਘਾਤੀ ਬਹੁਪਦ ਆਪਾਂ ਇਸ ਨੂੰ ਕਵਾਂਗੇ। ਇਸ ਬਹੁਪਦ ਦੀ ਘਾਤ 3 ਮੰਨੀ ਜਾਏਗੀ। ਅਗਲੇ ਵਿੱਚ x ਦੀ ਘਾਤ 3 ਹੈ, x ਦੀ 2 ਹੈ, x ਦੀ 1 ਵੀ ਹੈ। ਸਭ ਤੋਂ ਵੱਡੀ ਆਪਾਂ ਦੇਖਣੀ ਹੈ ਕਿਉਂਕਿ 3 ਹੈ, ਤਾਂ ਇਹ ਵੀ ਇੱਕ 3 ਘਾਤੀ ਬਹੁਪਦ ਹੈ, 3 ਘਾਤ ਵਾਲਾ ਬਹੁਪਦ ਹੈ। ਇਸੇ ਤਰ੍ਹਾਂ ਅਗਲੇ ਵਿੱਚ ਇੱਕੋ ਹੀ ਚੱਲ ਹੈ, ਇੱਕ ਵਾਰੀ ਚੱਲ ਆ ਰਿਹਾ, ਉਸ ਦੀ ਘਾਤ 3 ਹੈ, ਤਾਂ ਇਹ ਵੀ ਇੱਕ 3 ਘਾਤੀ ਬਹੁਪਦ ਹੈ। ਸੋ ਤੁਹਾਨੂੰ 1 ਨੰਬਰ ਸਿੱਧਾ ਪ੍ਰਸ਼ਨ ਆ ਸਕਦਾ, ਘਾਤ 1 ਵਾਲੇ ਬਹੁਪਦ ਨੂੰ ਡੈਸ਼ ਕਹਿੰਦੇ ਹਨ ਰੇਖੀ ਬਹੁਪਦ, ਇੰਗਲਿਸ਼ ਵਾਲੇ ਕਹਿਣਗੇ ਲੀਨੀਅਰ ਪੋਲੀਨੋਮੀਅਲ। 2 ਵਾਲਾ 2 ਘਾਤੀ ਜਾਂ ਕੁਆਡਰੇਟਿਕ, 3 ਵਾਲਾ 3 ਘਾਤੀ ਜਾਂ ਕਿਊਬਿਕ। ਅੱਗੇ ਵੀ ਕਾਫੀ ਆਪਣੇ ਕੋਲ ਹੁੰਦੇ ਆ, ਘਾਤ 4 ਵਾਲਾ, ਘਾਤ 5 ਵਾਲਾ, ਪਰ ਆਪਾਂ ਨੂੰ ਫਿਲਹਾਲ ਉਹ ਸਾਰੇ ਡਿਸਕਸ ਕਰਨ ਦੀ ਲੋੜ ਨਹੀਂ। ਆਪਾਂ ਸਿਰਫ 10ਵੀਂ ਲੈਵਲ ਤੱਕ ਇਹ ਤਿੰਨੇ ਹੀ ਜ਼ਿਆਦਾ ਇੰਪੋਰਟੈਂਟ ਹਨ ਆਪਣੇ ਲਈ। ਅੱਗੇ ਆਪਾਂ ਦੇਖਦੇ ਹਾਂ ਬਹੁਪਦ ਦੀਆਂ ਸਿਫਰਾਂ। ਚੱਲ ਦਾ ਉਹ ਮੁੱਲ ਜਿਸ ਨੂੰ ਭਰ ਕੇ ਬਹੁਪਦ ਦਾ ਮੁੱਲ 0 ਹੋ ਜਾਵੇ, ਉਸ ਨੂੰ ਬਹੁਪਦ ਦੀ ਸਿਫਰ ਕਿਹਾ ਜਾਂਦਾ ਹੈ। ਚੱਲ ਦਾ ਉਹ ਮੁੱਲ ਜਿਸ ਨੂੰ ਭਰ ਕੇ ਬਹੁਪਦ ਦਾ ਮੁੱਲ 0 ਹੋ ਜੇ। ਇੰਗਲਿਸ਼ ਵਿੱਚ ਆਪਾਂ ਦੇਖਦੇ ਹਾਂ ਜ਼ੀਰੋਜ਼ ਆਫ ਪੋਲੀਨੋਮੀਅਲ, ਵੈਲਿਊ ਆਫ ਵੇਰੀਏਬਲ ਬਾਈ ਪੁਟਿੰਗ ਵਿਚ ਵੈਲਿਊ ਆਫ ਪੋਲੀਨੋਮੀਅਲ ਬਿਕਮ 0 ਇਜ਼ ਕਾਲਡ ਜ਼ੀਰੋ ਆਫ ਪੋਲੀਨੋਮੀਅਲ। ਤਾਂ ਉਦਾਹਰਨ ਤੋਂ ਗੱਲ ਕਲੀਅਰ ਹੋਊਗੀ।
मान लो अपने कोल कोई पॉलीनोमीअल है, ਆਪਾਂ ਕਿਸੇ ਵੀ ਬਹੁਪਦ ਜਾਂ ਪੋਲੀਨੋਮੀਅਲ ਨੂੰ ਪੀ ਐਕਸ ਨਾਲ ਆਪਾਂ ਲਿਖ ਦਿੰਦੇ ਹੁੰਦੇ ਆ। ਜੇ ਚੱਲ ਐਕਸ ਵਿੱਚ ਹੈ ਤਾਂ ਪੀ ਐਕਸ ਲਿਖ ਦਾਂਗੇ, ਚੱਲ ਵਾਈ ਵਿੱਚ ਹੈ ਤਾਂ ਪੀ ਆਫ ਬ੍ਰੈਕਟ ਪਾ ਕੇ ਵਾਈ ਲਿਖ ਦਾਂਗੇ। ਪੋਲੀਨੋਮੀਅਲ ਇਨ ਵੇਰੀਏਬਲ ਐਕਸ, ਚੱਲ ਐਕਸ ਵਿੱਚ ਬਹੁਪਦ। ਤਾਂ ਮੰਨ ਲਓ ਕੋਈ ਬਹੁਪਦ ਐਕਸ ਮਾਈਨਸ 3 ਹੈ, ਤਾਂ ਐਕਸ ਦੀ ਥਾਂ 'ਤੇ ਜੇ ਆਪਾਂ 3 ਭਰ ਦਿੰਦੇ ਹਾਂ ਤਾਂ 3 ਮਾਈਨਸ 3 ਆਪਣੇ ਕੋਲ ਸਿਫਰ ਆਨਸਰ ਆ ਗਿਆ। ਤਾਂ ਐਕਸ ਦੀ ਜਗ੍ਹਾ 'ਤੇ 3 ਭਰ ਕੇ ਬਹੁਪਦ ਦੀ ਵੈਲਿਊ 0 ਆ ਗਈ। ਸੋ ਆਪਾਂ ਕਹਾਂਗੇ x ਬਰਾਬਰ 3 ਇਸ ਬਹੁਪਦ ਦੀ ਸਿਫਰ ਹੈ। x ਨੂੰ ਕੀ ਭਰ ਕੇ ਆਨਸਰ 0 ਆਇਆ, x ਨੂੰ 3 ਭਰ ਕੇ। ਤਾਂ x ਨੂੰ ਜੋ ਵੀ ਭਰ ਕੇ ਆਨਸਰ ਆਪਣਾ 0 ਆ ਜੇ, ਬਹੁਪਦ ਦੀ ਵੈਲਿਊ 0 ਆ ਜੇ, ਉਹੀ ਆਪਣੀ ਬਹੁਪਦ ਦੀ ਸਿਫਰ ਹੈ। x is equal to 3 is 0 of polynomial। ਤਾਂ ਸਿਫਰ ਦਾ ਮਤਲਬ ਹੈ x ਦੇ ਉਹ ਮੁੱਲ ਜਿਸ ਨੂੰ ਭਰ ਕੇ ਬਹੁਪਦ ਜਾਂ ਪੋਲੀਨੋਮੀਅਲ ਦੀ ਵੈਲਿਊ 0 ਆ ਜਾਵੇ, ਸਿਫਰ ਆ ਜਾਵੇ। ਤਾਂ ਅੱਗੇ ਆਪਾਂ ਜਿਹੜੇ ਅਭਿਆਸ 2.1 ਤੇ 2.2 ਕਰਨੇ ਹਾਂ, ਇਸ ਵਿੱਚ ਆਪਾਂ ਸਿਫਰਾਂ ਦੀ ਅੱਗੇ ਹੋਰ ਗੱਲ ਕਰਾਂਗੇ। ਅਭਿਆਸ 2.1 ਵਿੱਚ ਆਪਾਂ ਨੂੰ ਗ੍ਰਾਫ ਦਿੱਤਾ ਹੋਊਗਾ ਕਿਸੇ ਬਹੁਪਦ ਦਾ। ਗ੍ਰਾਫ ਨੂੰ ਦੇਖ ਕੇ ਆਪਾਂ ਦੱਸਣਾ ਹੋਊਗਾ ਕਿ ਉਸ ਬਹੁਪਦ ਵਿੱਚ ਸਿਫਰਾਂ ਦੀ ਗਿਣਤੀ ਕਿੰਨੀ ਹੈ। ਆਪਾਂ ਸਿਫਰਾਂ ਦੱਸਣੀਆਂ ਨਹੀਂ ਹੋਣਗੀਆਂ ਕਿਹੜੀਆਂ-ਕਿਹੜੀਆਂ, ਸਿਰਫ ਸਿਫਰਾਂ ਦੀ ਗਿਣਤੀ ਦੱਸਣੀ ਹੋਏਗੀ। ਤਾਂ ਹੁਣ ਆਪਾਂ ਅਭਿਆਸ 2.1 ਕਰਨ ਜਾ ਰਹੇ ਹਾਂ। ਤਾਂ ਆਪਾਂ ਦੇਖਦੇ ਹਾਂ ਕਿ ਬਹੁਪਦ ਦੇ ਗ੍ਰਾਫ ਤੋਂ ਬਹੁਪਦ ਦੇ ਸਿਫਰਾਂ ਦੀ ਗਿਣਤੀ ਕਿਵੇਂ ਪਤਾ ਕਰਨੀ ਹੈ। ਤਾਂ ਇਹਦੇ ਲਈ ਆਪਣੇ ਕੋਲ ਇੱਕ ਬਹੁਤ ਸਿੰਪਲ ਰੂਲ ਆ। ਜੇ ਕਿਸੇ ਬਹੁਪਦ ਦਾ ਗ੍ਰਾਫ x ਧੁਰੇ ਨੂੰ n ਬਿੰਦੂਆਂ ਤੇ ਕੱਟਦਾ ਹੈ ਤਾਂ ਉਸ ਬਹੁਪਦ ਦੇ ਸਿਫਰਾਂ ਦੀ ਗਿਣਤੀ n ਹੋਵੇਗੀ। ਆਪਾਂ ਉਸ ਬਹੁਪਦ ਦਾ ਗ੍ਰਾਫ ਦੇਖ ਲੈਣਾ ਕਿ x ਧੁਰੇ ਨੂੰ ਕਿੰਨੇ ਬਿੰਦੂਆਂ ਤੇ ਕੱਟਦਾ। x ਧੁਰੇ ਨੂੰ ਜਿਹੜਾ ਆਪਣਾ ਲੇਟਵਾਂ ਧੁਰਾ ਹੁੰਦਾ, ਜੇ n ਬਿੰਦੂਆਂ ਤੇ ਕੱਟਦਾ ਤਾਂ ਬਹੁਪਦ ਦੇ ਸਿਫਰਾਂ ਦੀ ਗਿਣਤੀ n ਹੋਵੇਗੀ। ਭਾਵ ਇੱਕ ਬਿੰਦੂ ਤੇ ਕੱਟਦਾ ਤਾਂ ਸਿਫਰਾਂ ਦੀ ਗਿਣਤੀ 1 ਹੋਵੇਗੀ, 2 ਬਿੰਦੂਆਂ ਤੇ ਕੱਟਦਾ ਤਾਂ ਸਿਫਰਾਂ ਦੀ ਗਿਣਤੀ 2 ਹੋਵੇਗੀ, 3 ਬਿੰਦੂਆਂ ਤੇ ਕੱਟਦਾ ਹੈ ਤਾਂ ਸਿਫਰਾਂ ਦੀ ਗਿਣਤੀ 3 ਹੋਵੇਗੀ। ਤੇ ਜੇ ਕਿਸੇ ਬਿੰਦੂ ਤੇ ਕੱਟਦਾ ਹੀ ਨਹੀਂ ਤਾਂ ਸਿਫਰਾਂ ਦੀ ਗਿਣਤੀ 0 ਹੋਵੇਗੀ, ਕੋਈ ਸਿਫਰ ਨਹੀਂ ਹੋਵੇਗੀ, ਸਿਫਰਾਂ ਦੀ ਗਿਣਤੀ ਫਿਰ 0 ਹੋਵੇਗੀ। ਇੰਗਲਿਸ਼ ਵਿੱਚ ਨੰਬਰ ਆਫ ਜ਼ੀਰੋਜ਼ ਆਫ ਪੋਲੀਨੋਮੀਅਲ ਫਰੋਮ ਗ੍ਰਾਫ। ਇਫ ਗ੍ਰਾਫ ਆਫ ਪੋਲੀਨੋਮੀਅਲ cuts x axis at n points then number of zeros of polynomial will be n। ਉਹੀ ਕਿ ਜਿੰਨੇ ਬਿੰਦੂਆਂ ਤੇ x ਧੁਰੇ ਨੂੰ ਕੱਟੇਗਾ, x ਧੁਰੇ ਨੂੰ ਦੇਖਣਾ ਸਿਰਫ ਆਪਾਂ ਲੇਟਵੇਂ ਧੁਰੇ ਨੂੰ। ਦੇਖੋ ਜਿਵੇਂ ਆਪਣੇ ਕੋਲ ਆ ਧੁਰੇ ਹੁੰਦੇ ਆ ਦੋ, ਆ ਜਿਹੜਾ ਲੇਟਵਾਂ ਧੁਰਾ ਹੁੰਦਾ ਇਸ ਨੂੰ ਆਪਾਂ ਕਹਿੰਦੇ ਹੁੰਦੇ ਹਾਂ x ਧੁਰਾ, ਖੜਵੇਂ ਧੁਰੇ ਨੂੰ y ਧੁਰਾ। ਹੌਰੀਜ਼ੌਂਟਲ ਐਕਸਿਸ ਆਪਣੇ ਕੋਲ x ਐਕਸਿਸ, ਵਰਟੀਕਲ ਐਕਸਿਸ y ਐਕਸਿਸ। ਇਧਰ ਆਪਣੇ ਕੋਲ x ਡੈਸ਼ ਹੁੰਦਾ, ਇੱਥੇ y ਡੈਸ਼। ਇਹ ਸਾਰੇ ਨੂੰ ਹੀ ਆਪਾਂ x ਧੁਰਾ ਕਹਿ ਰਹੇ ਹਾਂ, ਚਾਹੇ ਉਹ x ਹੈ ਚਾਹੇ x ਡੈਸ਼ ਹੈ। ਆਪਾਂ ਦੇਖਣਾ ਕਿ ਗ੍ਰਾਫ ਇਸ ਲਾਈਨ ਨੂੰ ਕਿੰਨੇ ਬਿੰਦੂਆਂ ਤੇ ਕੱਟ ਰਿਹਾ ਹੈ। ਤਾਂ ਮੰਨ ਲਓ ਆਪਾਂ ਕੋਈ ਉਦਾਹਰਨ ਵਜੋਂ ਗ੍ਰਾਫ ਬਣਾ ਕੇ ਦੇਖਦੇ ਹਾਂ। ਮੰਨ ਲਓ ਆ ਕਿਸੇ ਬਹੁਪਦ ਦਾ ਗ੍ਰਾਫ ਬਣਾਇਆ ਹੈ, ਤਾਂ ਅਸੀਂ ਦੇਖ ਸਕਦੇ ਹਾਂ ਕਿ x ਧੁਰੇ ਨੂੰ ਇੱਕ ਤਾਂ ਇਹ ਇਸ ਬਿੰਦੂ ਤੇ ਕੱਟ ਰਿਹਾ ਹੈ, ਇੱਕ ਇਸ ਬਿੰਦੂ ਤੇ ਕੱਟ ਰਿਹਾ ਹੈ। ਤਾਂ ਕਿਉਂਕਿ x ਧੁਰੇ ਨੂੰ 2 ਬਿੰਦੂਆਂ ਤੇ ਕੱਟ ਰਿਹਾ ਹੈ ਤਾਂ ਇੱਥੇ ਸਿਫਰਾਂ ਦੀ ਗਿਣਤੀ 2 ਹੋਵੇਗੀ। ਨੰਬਰ ਆਫ ਜ਼ੀਰੋਜ਼ ਵਿਲ ਬੀ 2। ਨੰਬਰ ਆਫ ਜ਼ੀਰੋਜ਼ 2। ਸੋ ਇਸੇ ਤਰ੍ਹਾਂ ਆਪਾਂ ਕੋਈ ਹੋਰ ਉਦਾਹਰਨ ਦੇਖ ਲੈਂਦੇ ਹਾਂ, ਕੋਈ ਹੋਰ ਐਗਜ਼ਾਮਪਲ ਦੇਖਦੇ ਹਾਂ। x ਧੁਰਾ ਦੇਖਣਾ ਹੈ ਲੇਟਵਾਂ ਧੁਰਾ। ਜਿਵੇਂ ਮੰਨ ਲਓ ਆ ਕੋਈ ਬਹੁਪਦ ਦਾ ਗ੍ਰਾਫ ਹੈ ਤਾਂ ਅਸੀਂ ਦੇਖ ਸਕਦੇ ਹਾਂ ਲੇਟਵੇਂ ਧੁਰੇ ਨੂੰ ਆਪਾਂ ਦੇਖਣਾ, ਆਹ ਧੁਰੇ ਨੂੰ ਕਿੱਥੇ ਕਿੱਥੇ ਕੱਟਦਾ ਹੈ। ਇੱਥੇ ਕੱਟ ਗਿਆ 1, 2, 3 ਤੇ 4, ਹੋਰ ਨਹੀਂ ਕਿਤੇ ਕੱਟ ਰਿਹਾ। ਆਹ ਸਿਰਫ y ਧੁਰੇ ਨੂੰ ਕੱਟ ਰਿਹਾ ਹੈ ਇਸ ਪੁਆਇੰਟ ਤੇ, ਸੋ ਇਸ ਨੂੰ ਨਹੀਂ ਆਪਾਂ ਦੇਖਾਂਗੇ। ਸੋ ਇੱਥੇ ਸਿਫਰਾਂ ਦੀ ਗਿਣਤੀ 4 ਹੋਏਗੀ। ਨੰਬਰ ਆਫ ਜ਼ੀਰੋਜ਼ ਵਿਲ ਬੀ 4। ਤੇ ਜੇ ਕਦੇ x ਧੁਰੇ ਨੂੰ ਕੱਟੇਗਾ ਹੀ ਨਹੀਂ, ਹੋ ਸਕਦਾ ਕਦੇ ਵੀ x ਧੁਰੇ ਨੂੰ ਕੱਟੇ ਹੀ ਨਾ। ਮੰਨ ਲਓ ਇਸ ਤਰ੍ਹਾਂ ਦਾ ਗ੍ਰਾਫ ਹੋ ਗਿਆ, ਸਿਰਫ y ਧੁਰੇ ਨੂੰ ਹੀ ਕੱਟ ਰਿਹਾ ਹੈ, x ਧੁਰੇ ਨੂੰ ਕਿਤੇ ਕੱਟ ਹੀ ਨਹੀਂ ਰਿਹਾ। ਆਹ ਧੁਰੇ ਨੂੰ ਦੇਖੋ ਕਿਤੇ ਕੱਟ ਹੀ ਨਹੀਂ ਰਿਹਾ, ਤਾਂ ਇੱਥੇ ਸਿਫਰਾਂ ਦੀ ਗਿਣਤੀ 0 ਹੋਵੇਗੀ। ਨੰਬਰ ਆਫ ਜ਼ੀਰੋਜ਼ ਵਿਲ ਬੀ 0। ਸੋ ਹੁਣ ਆਪਾਂ ਅਭਿਆਸ ਜਿਹੜੀ 2.1 NCERT ਦੇ ਕੁਐਸਚਨ ਕਰਨ ਜਾ ਰਹੇ ਹਾਂ। ਤਾਂ ਸ਼ੁਰੂ ਕਰਦੇ ਹਾਂ ਐਕਸਰਸਾਈਜ਼ 2.1। ਸੋ ਫਸਟ ਸਮ ਹੈ, the graphs of y is equal to p of x are given in the figure 2.10 below for some polynomials p of x. Find the number of zeros of p of x in each case. ਕਹਿੰਦਾ ਮਤਲਬ ਕਿ ਪੋਲੀਨੋਮੀਅਲਸ p of x ਦੇ ਕੁਝ ਗ੍ਰਾਫ ਆਪਾਂ ਨੂੰ ਥੱਲੇ ਦਿੱਤੇ ਹੋਏ ਆ।
ਉਹਨਾਂ ਗ੍ਰਾਫਸ ਨੂੰ ਦੇਖ ਕੇ ਆਪਾਂ ਦੱਸਣਾ ਹੈ ਕਿ ਇਹਨਾਂ ਵਿੱਚ ਨੰਬਰ ਆਫ ਜ਼ੀਰੋਸ ਕਿੰਨੀਆਂ ਹੋਣਗੀਆਂ, ਕਿ ਇਸ ਵਿੱਚ ਸਿਫਰਾਂ ਦੀ ਗਿਣਤੀ ਇੰਗਲਿਸ਼ ਵਿੱਚ ਜਿਹਨੂੰ ਨੰਬਰ ਆਫ ਜ਼ੀਰੋਸ ਕਹਿੰਦੇ ਹਾਂ ਕਿੰਨੀਆਂ ਹੋਣਗੀਆਂ। ਤਾਂ ਪੰਜਾਬੀ ਮੀਡੀਅਮ ਵਿੱਚ ਆਪਾਂ ਦੇਖਦੇ ਹਾਂ ਕਿ ਉਹੀ ਕਿਸੇ ਬਹੁਪਦ ਪੀ ਆਫ ਐਕਸ ਦੇ ਲਈ y = ਪੀ ਆਫ ਐਕਸ ਦਾ ਆਲੇਖ ਹੇਠਾਂ ਦਿੱਤੇ ਚਿੱਤਰ 2.10 ਵਿੱਚ ਦਿੱਤਾ ਗਿਆ ਹੈ। ਹਰ ਇੱਕ ਸਥਿਤੀ ਵਿੱਚ ਪੀ ਆਫ ਐਕਸ ਦੇ ਸਿਫਰਾਂ ਦੀ ਗਿਣਤੀ ਪਤਾ ਕਰੋ। ਤਾਂ ਗ੍ਰਾਫ ਨੂੰ ਦੇਖ ਕੇ ਆਪਾਂ ਦੱਸਣਾ ਹੈ ਕਿ ਸਿਫਰਾਂ ਦੀ ਗਿਣਤੀ ਕਿੰਨੀ ਹੋਵੇਗੀ। ਤਾਂ ਜਿਵੇਂ ਕਿ ਆਪਾਂ ਡਿਸਕਸ ਕੀਤਾ ਹੈ ਕਿ ਆਪਾਂ ਸਿਰਫ ਇਹ ਦੇਖਣਾ ਹੈ ਕਿ ਐਕਸ ਧੁਰੇ ਨੂੰ ਜਿਹੜਾ ਗ੍ਰਾਫ ਕਿੰਨੇ ਬਿੰਦੂਆਂ 'ਤੇ ਕੱਟੇਗਾ, ਉੱਥੋਂ ਹੀ ਆਪਾਂ ਨੂੰ ਸਿਫਰਾਂ ਦੀ ਗਿਣਤੀ ਪਤਾ ਲੱਗ ਜਾਂਦੀ ਹੈ। ਸੋ ਸਿਫਰਾਂ ਦੀ ਗਿਣਤੀ ਦੇਖਣ ਲਈ ਆਪਾਂ ਦੇਖਾਂਗੇ ਕਿ ਐਕਸ ਧੁਰੇ ਨੂੰ ਗ੍ਰਾਫ ਕਿੰਨੇ ਬਿੰਦੂਆਂ 'ਤੇ ਕੱਟਦਾ ਹੈ। ਸੋ ਪਹਿਲੇ ਸਵਾਲ ਵਿੱਚ ਆਪਾਂ ਦੇਖ ਰਹੇ ਹਾਂ ਕਿ ਆਹ ਦੇਖੋ ਬਹੁਪਦ ਦਾ ਗ੍ਰਾਫ ਹੈ, ਇਹ ਆਹ ਵਾਲੇ ਐਕਸ ਧੁਰੇ ਨੂੰ ਕਿਤੇ ਵੀ ਨਹੀਂ ਕੱਟ ਰਿਹਾ। ਸੋ ਇੱਥੇ ਸਿਫਰਾਂ ਦੀ ਗਿਣਤੀ 0 ਹੋਵੇਗੀ। ਸੋ ਪੰਜਾਬੀ ਮੀਡੀਅਮ ਵਾਲੇ ਥੱਲੇ ਲਿਖ ਲੈਣਗੇ ਸਿਫਰਾਂ ਦੀ ਗਿਣਤੀ ਬਰਾਬਰ 0। ਇੰਗਲਿਸ਼ ਮੀਡੀਅਮ ਵਾਲੇ ਲਿਖ ਲੈਣਗੇ ਨੰਬਰ ਆਫ ਜ਼ੀਰੋਸ = 0। ਇਸੇ ਤਰ੍ਹਾਂ ਫਿਰ ਆਪਾਂ ਅਗਲਾ ਦੇਖਦੇ ਹਾਂ, ਦੂਸਰਾ ਭਾਗ ਹੈ ਜਿਹੜਾ, ਉਸ ਵਿੱਚ ਦੇਖਦੇ ਹਾਂ ਕਿ ਗ੍ਰਾਫ ਕਿੰਨੇ ਬਿੰਦੂਆਂ 'ਤੇ ਕੱਟਦਾ ਹੈ। ਤਾਂ ਅਸੀਂ ਦੇਖ ਸਕਦੇ ਹਾਂ ਕਿ ਸਿਰਫ ਇੱਕ ਬਿੰਦੂ ਇਸ ਤਰ੍ਹਾਂ ਦਾ ਹੈ ਜਿੱਥੇ ਇਹ ਵਾਲਾ ਗ੍ਰਾਫ ਐਕਸ ਧੁਰੇ ਨੂੰ ਕੱਟਦਾ ਹੈ। ਤਾਂ ਇੱਥੇ ਸਿਫਰਾਂ ਦੀ ਗਿਣਤੀ 1 ਹੋਵੇਗੀ। ਇਸੇ ਤਰ੍ਹਾਂ ਫਿਰ ਆਪਾਂ ਤੀਜਾ ਭਾਗ ਦੇਖਦੇ ਹਾਂ। ਇੱਥੇ ਆਪਾਂ ਦੇਖੀਏ ਕਿ ਐਕਸ ਧੁਰਾ ਜਿਹੜਾ ਆਪਣਾ ਗ੍ਰਾਫ ਆ ਉਹ ਐਕਸ ਧੁਰੇ ਨੂੰ ਕਿੰਨੇ ਬਿੰਦੂਆਂ 'ਤੇ ਕੱਟਦਾ ਹੈ। ਅਸੀਂ ਦੇਖ ਸਕਦੇ ਹਾਂ ਇੱਕ ਬਿੰਦੂ, ਇਸ ਤੋਂ ਇਲਾਵਾ ਇੱਥੇ ਕੱਟ ਰਿਹਾ ਤਾਂ ਪਰ ਵਾਈ ਧੁਰਾ ਹੈ, ਇਹ ਨਹੀਂ ਦੇਖਣਾ ਅਸੀਂ। ਆਹ 2 ਬਿੰਦੂ, ਇਸੇ ਤਰ੍ਹਾਂ ਆਹ ਵਾਲਾ ਤੀਜਾ ਬਿੰਦੂ। ਤਾਂ 3 ਬਿੰਦੂਆਂ 'ਤੇ ਆਪਣਾ ਐਕਸ ਧੁਰੇ ਨੂੰ ਕੱਟ ਰਿਹਾ ਗ੍ਰਾਫ, ਅਤੇ ਇੱਥੇ ਸਿਫਰਾਂ ਦੀ ਗਿਣਤੀ 3 ਹੋਏਗੀ। ਇਸੇ ਤਰ੍ਹਾਂ ਫਿਰ ਅਸੀਂ ਚੌਥਾ ਭਾਗ ਦੇਖਦੇ ਹਾਂ। ਇੱਕ ਇੱਥੇ ਕੱਟ ਰਿਹਾ ਹੈ, ਇੱਕ ਇੱਥੇ ਕੱਟ ਰਿਹਾ ਹੈ। ਲੇਟਵਾਂ ਧੁਰਾ ਐਕਸ ਧੁਰਾ ਦੇਖਣਾ ਹੈ। ਤਾਂ ਕਿਉਂਕਿ ਸਿਰਫ 2 ਬਿੰਦੂਆਂ 'ਤੇ ਕੱਟ ਰਿਹਾ ਹੈ ਤਾਂ ਇੱਥੇ ਸਿਫਰਾਂ ਦੀ ਗਿਣਤੀ 2 ਹੋਵੇਗੀ। ਨੰਬਰ ਆਫ ਜ਼ੀਰੋਜ਼ ਵਿਲ ਬੀ = 2। ਇਸੇ ਤਰ੍ਹਾਂ ਹੁਣ ਅਸੀਂ ਆਪਾਂ ਪੰਜਵਾਂ ਭਾਗ ਦੇਖਣਾ ਹੈ। ਦੇਖੋ ਇੱਕ ਬਿੰਦੂ 'ਤੇ ਕੱਟ ਗਿਆ ਹੈ ਐਕਸ ਧੁਰੇ ਨੂੰ, ਆਹ ਦੂਜਾ ਦੋ ਜਗ੍ਹਾ 'ਤੇ ਕੱਟ ਗਿਆ, ਇੱਥੇ ਤੀਜੀ ਜਗ੍ਹਾ 'ਤੇ ਕੱਟ ਗਿਆ। ਆਹ ਬਿੰਦੂ ਆ ਜਿਹੜਾ ਬਿਲਕੁਲ ਐਕਸ ਧੁਰੇ ਨੂੰ ਦੇਖਣਾ ਆਪਾਂ, ਅਤੇ ਫਿਰ ਆਹ ਚੌਥੀ ਜਗ੍ਹਾ 'ਤੇ ਕੱਟ ਗਿਆ। ਸੋ 4 ਇਸ ਤਰ੍ਹਾਂ ਦੇ ਬਿੰਦੂ ਹੈਗੇ ਆ ਜਿੱਥੇ ਆਪਣਾ ਇਹ ਗ੍ਰਾਫ ਐਕਸ ਧੁਰੇ ਨੂੰ ਕੱਟ ਜਾਂਦਾ ਹੈ। ਸੋ ਇੱਥੇ ਸਿਫਰਾਂ ਦੀ ਗਿਣਤੀ 4 ਹੋਵੇਗੀ। ਇਸੇ ਤਰ੍ਹਾਂ ਫਿਰ ਆਪਾਂ 6ਵਾਂ ਭਾਗ ਦੇਖਦੇ ਹਾਂ ਕਿ ਆਹ ਇੱਕ ਧੁਰਾ, ਇੱਕ ਬਿੰਦੂ ਮਤਲਬ, ਫਿਰ ਆਹ ਦੂਜਾ ਬਿੰਦੂ 2 ਜਗ੍ਹਾ 'ਤੇ ਕੱਟ ਗਿਆ। ਇੱਥੇ ਆਹ ਤਾਂ ਵਾਈ ਧੁਰਾ, ਆਹ ਤਾਂ ਇਹ ਨਹੀਂ ਗਿਣਨਾ ਆਪਾਂ। ਫਿਰ ਇਸੇ ਤਰ੍ਹਾਂ ਆਹ ਤੀਜਾ ਬਿੰਦੂ, 1 2 ਅਤੇ 3 ਬਿੰਦੂਆਂ 'ਤੇ ਆਪਣਾ ਇਹ ਗ੍ਰਾਫ ਆ ਜਿਹੜਾ ਐਕਸ ਧੁਰੇ ਨੂੰ ਕੱਟ ਰਿਹਾ ਹੈ। ਆਹ ਵਾਲਾ ਨਹੀਂ ਅਸੀਂ ਦੇਖਣਾ, ਇਹ ਤਾਂ ਵਾਈ ਧੁਰੇ ਨੂੰ ਕੱਟ ਰਿਹਾ ਹੈ ਨਾ ਇਸ ਜਗ੍ਹਾ 'ਤੇ। ਸੋ ਇਸ ਨੂੰ ਨਹੀਂ ਆਪਾਂ ਕੰਸੀਡਰ ਕਰਨਾ। ਤਾਂ ਸਿਰਫ 1 2 ਅਤੇ 3 ਬਿੰਦੂਆਂ 'ਤੇ ਕੱਟ ਰਿਹਾ ਹੈ, ਇਸ ਕਰਕੇ ਇੱਥੇ ਸਿਫਰਾਂ ਦੀ ਗਿਣਤੀ 3 ਹੋਵੇਗੀ। ਸੋ ਜਿਹੜਾ ਆਪਣੇ ਕੋਲ ਐਕਸਰਸਾਈਜ਼ 2.1 ਆ ਉਹਦੇ ਸਿਰਫ ਇਹ 6 ਹੀ ਸਵਾਲ ਆ। ਸਿੰਪਲ ਆ ਇਹ, ਗ੍ਰਾਫ ਤੋਂ ਦੇਖ ਕੇ ਆਪਾਂ ਸਿਫਰਾਂ ਦੀ ਗਿਣਤੀ ਦੱਸਣੀ ਹੈ। ਇਸ ਤੋਂ ਇਲਾਵਾ ਇਸ ਵਿੱਚ ਇੱਕ ਨੰਬਰ ਵਾਲੇ ਕੁਝ ਆਪਾਂ ਪਹਿਲਾਂ ਮਹੱਤਵਪੂਰਨ ਗੱਲਾਂ ਕੀਤੀਆਂ, ਜਿਵੇਂ ਕਿ ਘਾਤ 1 ਵਾਲੇ ਬਹੁਪਦ ਨੂੰ ਰੇਖੀ ਬਹੁਪਦ ਕਹਿੰਦੇ ਹਾਂ, 2 ਵਾਲੇ ਨੂੰ ਆਪਾਂ 2 ਘਾਤੀ, 3 ਵਾਲੇ ਨੂੰ 3 ਘਾਤੀ। ਇੰਗਲਿਸ਼ ਵਿੱਚ ਆਪਾਂ ਕਹਾਂਗੇ 1 ਵਾਲੇ ਨੂੰ ਲੀਨੀਅਰ, ਡਿਗਰੀ 2 ਵਾਲੇ ਨੂੰ ਕੁਆਡਰੇਟਿਕ ਪੋਲੀਨੋਮੀਅਲ, ਅਤੇ 3 ਵਾਲੇ ਨੂੰ ਕਿਊਬਿਕ ਪੋਲੀਨੋਮੀਅਲ। ਤਾਂ ਉਹ ਵੀ ਕੁਐਸਚਨ ਜਿਹੜੇ ਆਪਣੇ ਬਹੁਤ ਇੰਪੋਰਟੈਂਟ ਸੀ ਇੱਕ ਨੰਬਰ ਲਈ। ਬਾਕੀ ਗ੍ਰਾਫ ਆ ਜਿਹੜਾ ਇਹ ਵੀ ਬਹੁਤ ਇੰਪੋਰਟੈਂਟ ਆ। ਸੋ ਸਾਰੇ ਬੱਚਿਆਂ ਨੇ ਇਹ ਚੰਗੀ ਤਰ੍ਹਾਂ ਸਮਝ ਕੇ ਕਰ ਲੈਣਾ। ਇਸ ਦੇ ਨਾਲ ਹੀ ਆਪਣੀ ਅਭਿਆਸ 2.1 ਖਤਮ ਹੁੰਦੀ ਹੈ।